ਇੱਥੇ ਮੇਰੇ ਕੋਲ ਵੱਖ-ਵੱਖ ਤਰ੍ਹਾਂ ਦੀ ਸੰਖਿਆਵਾਂ ਦੀ ਇੱਕ ਲਿਸਟ ਹੈ ਅਤੇ ਮੇਰਾ ਏਮ ਹੈ ਕਿ ਮੈਂ ਇਹਨਾਂ ਸੰਖਿਆਵਾਂ ਨੂੰ ਵੱਖ-ਵੱਖ ਕੈਟਾਗਰੀ ਦੇ ਅਨੁਸਾਰ ਵਰਗੀਕਰਨ ਕਰਨਾ ਹੈ। ਆਓ ਪਹਿਲਾਂ ਵੱਖ-ਵੱਖ ਕੈਟਾਗਰੀ ਨੂੰ ਡਰਾਅ ਕਰ ਲੈਂਦੇ ਹਾਂ। ਪਹਿਲੇ ਮੈਂ ਇੱਥੇ ਇੱਕ ਸਰਕਲ ਲੈਂਦਾ ਹਾਂ ਜੋ ਕਿ ਪੂਰਨ ਸੰਖਿਆਵਾਂ ਨੂੰ ਦਰਸਾਉਂਦਾ ਹੈ। ਸੋ ਇਹ ਮੇਰੇ ਕੋਲ ਇੱਕ ਸਰਕਲ ਹੈ ਜੋ ਕਿ ਪੂਰਨ ਸੰਖਿਆਵਾਂ ਨੂੰ ਦਰਸਾਉਂਦਾ ਹੈ। ਪੂਰਨ ਸੰਖਿਆਵਾਂ ਪੂਰਨ ਸੰਖਿਆਵਾਂ ਪੂਰਨ ਸੰਖਿਆਵਾਂ ਉਹ ਸੰਖਿਆਵਾਂ ਹੁੰਦੀਆਂ ਹਨ ਜੋ ਸਿਫਰ ਤੋਂ ਸ਼ੁਰੂ ਹੋ ਕੇ ਧਨਾਤਮਕ ਸੰਖਿਆਵਾਂ ਵੱਲ ਵੱਧਦੀਆਂ ਹਨ, ਭਾਵ 0 1 2 3 ਐਂਡ ਸੋ ਔਨ। ਹੁਣ ਪੂਰਨ ਸੰਖਿਆਵਾਂ ਤੋਂ ਬਾਅਦ ਮੈਂ ਇੱਕ ਹੋਰ ਕੈਟਾਗਰੀ ਡਰਾ ਕਰਦਾ ਹਾਂ ਜਿਸ ਨੂੰ ਕਿ ਅਸੀਂ ਸੰਪੂਰਨ ਸੰਖਿਆਵਾਂ ਆਖਦੇ ਹਾਂ। ਸੋ ਇੱਕ ਮੇਰੇ ਕੋਲ ਕੈਟਾਗਰੀ ਹੈ ਸੰਪੂਰਨ ਸੰਖਿਆਵਾਂ। ਸੰਪੂਰਨ ਸੰਖਿਆਵਾਂ ਸੰਪੂਰਨ ਸੰਖਿਆਵਾਂ ਇੱਕ ਗਰੁੱਪ ਹੁੰਦਾ ਹੈ, ਇੱਕ ਕੈਟਾਗਰੀ ਹੁੰਦੀ ਹੈ ਜਿਸ ਦੇ ਵਿੱਚ ਸਾਰੀਆਂ ਪੂਰਨ ਸੰਖਿਆਵਾਂ ਵੀ ਆ ਜਾਂਦੀਆਂ ਹਨ ਅਤੇ ਨਾਲ ਹੀ ਸਾਡੇ ਕੋਲ ਰਿਣਾਤਮਕ ਸੰਖਿਆਵਾਂ ਵੀ ਆ ਜਾਂਦੀਆਂ ਹਨ। ਇਸੇ ਲਈ ਸੰਪੂਰਨ ਸੰਖਿਆਵਾਂ ਦਾ ਚੱਕਰ ਹੈ ਉਹ ਪੂਰਨ ਸੰਖਿਆਵਾਂ ਤੋਂ ਵੱਡਾ ਹੁੰਦਾ ਹੈ। ਇਸ ਦੇ ਵਿੱਚ ਜ਼ਿਆਦਾ ਸੰਖਿਆਵਾਂ ਆਉਂਦੀਆਂ ਹਨ। ਹੁਣ ਇਸ ਤੋਂ ਅਗਲੀ ਸਾਡੇ ਕੋਲ ਕੈਟਾਗਰੀ ਹੈ ਪਰਿਮੇਯ ਸੰਖਿਆਵਾਂ। ਪਰਿਮੇਯ ਸੰਖਿਆਵਾਂ ਉਹ ਸੰਖਿਆਵਾਂ ਹੁੰਦੀਆਂ ਹਨ ਜੋ ਦੋ ਸੰਪੂਰਨ ਸੰਖਿਆਵਾਂ ਦੇ ਅਨੁਪਾਤ ਦੇ ਰੂਪ ਦੇ ਵਿੱਚ ਲਿਖੀਆਂ ਜਾ ਸਕਦੀਆਂ ਹਨ। ਤਾਂ ਇਹ ਸਾਡੇ ਕੋਲ ਆ ਜਾਂਦੀਆਂ ਹਨ ਪਰਿਮੇਯ ਸੰਖਿਆਵਾਂ। ਪਰਿਮੇਯ ਸੰਖਿਆਵਾਂ ਹੁਣ ਇਸ ਫਿਗਰ ਤੋਂ ਤੁਹਾਨੂੰ ਸਪਸ਼ਟ ਹੋ ਗਿਆ ਕਿ ਹਰੇਕ ਪਰਿਮੇਯ ਸੰਖਿਆ ਸੰਪੂਰਨ ਸੰਖਿਆ ਨਹੀਂ ਹੋ ਸਕਦੀ, ਪਰ ਹਰੇਕ ਸੰਪੂਰਨ ਸੰਖਿਆ ਪਰਿਮੇਯ ਸੰਖਿਆ ਹੁੰਦੀ ਹੈ। ਇਸੇ ਤਰ੍ਹਾਂ ਹੀ ਹਰੇਕ ਪੂਰਨ ਸੰਖਿਆ ਸੰਪੂਰਨ ਸੰਖਿਆ ਵੀ ਹੁੰਦੀ ਹੈ ਅਤੇ ਪਰਿਮੇਯ ਸੰਖਿਆ ਵੀ ਹੁੰਦੀ ਹੈ, ਪਰ ਹਰੇਕ ਸੰਪੂਰਨ ਸੰਖਿਆ ਪੂਰਨ ਸੰਖਿਆ ਨਹੀਂ ਹੁੰਦੀ। ਹੁਣ ਉਹ ਸੰਖਿਆਵਾਂ ਦੀ ਕੈਟਾਗਰੀ ਜਿਨ੍ਹਾਂ ਨੂੰ ਕਿ ਅਸੀਂ ਦੋ ਸੰਪੂਰਨ ਸੰਖਿਆਵਾਂ ਦੇ ਅਨੁਪਾਤ ਵਿੱਚ ਨਹੀਂ ਲਿਖ ਸਕਦੇ, ਉਸ ਤਰ੍ਹਾਂ ਦੀਆਂ ਸੰਖਿਆਵਾਂ ਨੂੰ ਅਸੀਂ ਆਖਦੇ ਹਾਂ ਅਪਰਿਮੇਯ ਸੰਖਿਆ। ਉਸ ਦੇ ਲਈ ਅਸੀਂ ਇੱਕ ਅਲੱਗ ਕੈਟਾਗਰੀ ਡਰਾਅ ਕਰਦੇ ਹਾਂ। ਇਹਨਾਂ ਸੰਖਿਆਵਾਂ ਨੂੰ ਅਸੀਂ ਅਪਰਿਮੇਯ ਸੰਖਿਆ ਆਖਦੇ ਹਾਂ। ਅਪਰਿਮੇਯ ਸੰਖਿਆਵਾਂ। ਸੋ ਹੁਣ ਤੁਸੀਂ ਵੀਡੀਓ ਨੂੰ ਰੋਕ ਕੇ ਇਹਨਾਂ ਸੰਖਿਆਵਾਂ ਨੂੰ ਵੱਖ-ਵੱਖ ਕੈਟਾਗਰੀ ਦੇ ਵਿੱਚ ਰੱਖਣ ਦੀ ਕੋਸ਼ਿਸ਼ ਕਰੋ। ਆਓ ਅਸੀਂ 3 ਤੋਂ ਸ਼ੁਰੂ ਕਰਦੇ ਹਾਂ। ਜੋ ਸਾਡੇ ਕੋਲ ਪਹਿਲੀ ਸੰਖਿਆ 3 ਹੈ, ਇਹ ਇੱਕ ਧਨਾਤਮਕ ਸੰਖਿਆ ਹੈ, ਇਸ ਲਈ ਇਹ ਇੱਕ ਪੂਰਨ ਸੰਖਿਆ ਹੈ। ਸੋ 3 ਸਾਡੇ ਕੋਲ ਪੂਰਨ ਸੰਖਿਆ ਹੈ। ਹੁਣ ਕਿਉਂਕਿ 3 ਨੂੰ ਅਸੀਂ 3/1 ਵੀ ਲਿਖ ਸਕਦੇ ਹਾਂ, ਇਸ ਲਈ ਇਹ ਪਰਿਮੇਯ ਸੰਖਿਆ ਵੀ ਹੈ ਅਤੇ 3 ਆ ਜਿਹੜੀ ਉਹ ਸੰਪੂਰਨ ਸੰਖਿਆ ਵੀ ਹੈ। ਪਰ ਅਸੀਂ ਇਸ ਨੂੰ ਪੂਰਨ ਸੰਖਿਆ ਦੀ ਕੈਟਾਗਰੀ ਵਿੱਚ ਲਿਖਦੇ ਹਾਂ ਤਾਂ ਆਪਣੇ ਆਪ ਹੀ ਸ਼ੋਅ ਹੁੰਦਾ ਹੈ ਕਿ ਇਹ ਸੰਪੂਰਨ ਸੰਖਿਆ ਵੀ ਹੈ ਅਤੇ ਇਹ ਪਰਿਮੇਯ ਸੰਖਿਆ ਵੀ ਹੈ। ਹੁਣ ਅਗਲੀ ਜੋ ਸਾਡੇ ਕੋਲ ਸੰਖਿਆ ਹੈ ਉਹ ਹੈ -5। ਹੁਣ ਇਹ ਰਿਣਾਤਮਕ ਸੰਖਿਆ ਹੈ, ਇਸ ਲਈ ਇਹ ਸੰਪੂਰਨ ਸੰਖਿਆ ਦੀ ਕੈਟਾਗਰੀ ਵਿੱਚ ਆਉਂਦੀ ਹੈ। ਤਾਂ ਇਹ ਸਾਡੇ ਕੋਲ -5 ਸਾਡੇ ਕੋਲ ਇਸ ਸਰਕਲ ਦੇ ਵਿੱਚ ਆ ਜਾਏਗੀ। ਹੁਣ ਜੋ ਅਗਲੀ ਸਾਡੇ ਕੋਲ ਸੰਖਿਆ ਹੈ ਉਹ ਹੈ 0.25। ਹੁਣ ਇਸ ਸੰਖਿਆ ਨੂੰ ਅਗਰ ਅਸੀਂ ਦਸ਼ਮਲਵ ਹਟਾ ਕੇ ਲਿਖਦੇ ਹਾਂ ਤਾਂ ਇਹ ਸਾਡੇ ਕੋਲ ਆ ਜਾਂਦੀ ਹੈ 25/100, ਜੋ ਕਿ ਦੋ ਸੰਪੂਰਨ ਸੰਖਿਆਵਾਂ ਦੇ ਅਨੁਪਾਤ ਦੇ ਰੂਪ ਵਿੱਚ ਹੈ। ਇਸ ਲਈ 0.25 ਸੰਖਿਆ ਸਾਡੇ ਕੋਲ ਇੱਕ ਪਰਿਮੇਯ ਸੰਖਿਆ ਹੈ। ਅਗਲੀ ਸੰਖਿਆ ਸਾਡੇ ਕੋਲ ਹੈ
22/7, ਜੋ ਕਿ ਦੇਖਣ ਤੋਂ ਹੀ ਪਤਾ ਲੱਗਦਾ ਹੈ ਕਿ ਦੋ ਸੰਪੂਰਨ ਸੰਖਿਆਵਾਂ ਦੇ ਅਨੁਪਾਤ ਦੇ ਰੂਪ ਵਿੱਚ ਹੈ। ਇਸ ਲਈ 22/7 ਇੱਕ ਸਾਡੇ ਕੋਲ ਪਰਿਮੇਯ ਸੰਖਿਆ ਹੈ। ਸੋ 22/7 ਸਾਡੇ ਕੋਲ ਪਰਿਮੇਯ ਸੰਖਿਆ ਹੈ। ਇਸ ਤੋਂ ਅੱਗੇ ਸਾਡੇ ਕੋਲ ਸੰਖਿਆ ਆ ਜਾਂਦੀ ਹੈ 0.2713 ਦੇ ਉੱਪਰ ਬਾਰ। ਇਹ ਪਹਿਲੇ ਦਸ਼ਮਲਵ ਸੰਖਿਆ ਨਾਲੋਂ ਥੋੜੀ ਜਿਹੀ ਵੱਖਰੀ ਹੈ। ਇਸ ਦੇ ਵਿੱਚ 1 3 ਦੇ ਉੱਪਰ ਬਾਰ ਹੈ। ਇਸ ਤੋਂ ਭਾਵ ਇਹ ਸੰਖਿਆ ਇਸ ਤਰ੍ਹਾਂ ਦੀ ਹੈ 0.27131313 ਸੋ ਔਨ। ਤਾਂ ਇੱਥੇ ਸਾਡੇ ਕੋਲ ਜੋ 1 3 ਹੈ ਇਹ ਬਾਰ-ਬਾਰ ਦੁਹਰਾ ਰਿਹਾ ਹੈ। ਇਸ ਤਰ੍ਹਾਂ ਦੀਆਂ ਸੰਖਿਆਵਾਂ ਨੂੰ ਵੀ ਅਸੀਂ ਸੰਪੂਰਨ ਸੰਖਿਆਵਾਂ ਦੇ ਅਨੁਪਾਤ ਦੇ ਰੂਪ ਵਿੱਚ ਲਿਖ ਸਕਦੇ ਹਾਂ। ਇਸ ਲਈ 0.2713 ਦੀ ਬਾਰ ਇਹ ਸੰਖਿਆ ਵੀ ਇੱਕ ਪਰਿਮੇਯ ਸੰਖਿਆ ਹੈ। ਹੁਣ ਅੱਗੇ ਸਾਡੇ ਕੋਲ ਇੱਕ ਸੰਖਿਆ ਹੈ ਵਰਗਮੂਲ 10। ਹੁਣ ਇੱਥੇ ਜੋ 10 ਹੈ ਇਹ ਪੂਰਨ ਵਰਗ ਸੰਖਿਆ ਨਹੀਂ ਹੈ। ਤਾਂ ਅਸੀਂ ਜਾਣ ਚੁੱਕੇ ਹਾਂ ਕਿ ਜਦੋਂ ਵੀ ਕਿਸੇ ਅਜਿਹੀ ਸੰਖਿਆ ਜੋ ਪੂਰਨ ਵਰਗ ਸੰਖਿਆ ਨਾ ਹੋਵੇ ਉਸ ਦਾ ਅਸੀਂ ਵਰਗਮੂਲ ਲੈਂਦੇ ਹਾਂ ਤਾਂ ਉਹ ਸੰਖਿਆ ਇੱਕ ਅਪਰਿਮੇਯ ਸੰਖਿਆ ਹੁੰਦੀ ਹੈ, ਕਿਉਂਕਿ ਇਸ ਸੰਖਿਆ ਨੂੰ ਅਸੀਂ ਸੰਪੂਰਨ ਸੰਖਿਆਵਾਂ ਦੇ ਅਨੁਪਾਤ ਦੇ ਰੂਪ ਵਿੱਚ ਨਹੀਂ ਲਿਖ ਸਕਦੇ। ਸੋ ਵਰਗਮੂਲ 10 ਸਾਡੇ ਕੋਲ ਇੱਕ ਅਪਰਿਮੇਯ ਸੰਖਿਆ ਅਖਵਾਉਂਦੀ ਹੈ। ਹੁਣ ਅੱਗੇ ਸਾਡੇ ਕੋਲ ਇੱਕ ਸੰਖਿਆ ਹੈ 14/7। ਹੁਣ ਜੋ 14/7 ਹੈ ਇਸ ਦੇ ਵਿੱਚ ਜੋ ਅੰਸ਼ 14 ਹੈ ਉਹ 7 ਦਾ ਗੁਣਾਕ ਹੈ, ਯਾਨੀ ਕਿ ਇਹ 7 ਦੇ ਪਹਾੜੇ ਨਾਲ ਕੈਂਸਲ ਆਊਟ ਹੁੰਦਾ ਹੈ। 7 × 7 7 ਦੂਣੀ 14। ਤਾਂ ਕਟਿੰਗ ਤੋਂ ਬਾਅਦ ਸਾਡੇ ਕੋਲ 2 ਪ੍ਰਾਪਤ ਹੋ ਗਿਆ, ਜੋ ਕਿ ਇੱਕ ਧਨਾਤਮਕ ਸੰਖਿਆ ਹੈ ਤੇ ਹਰੇਕ ਧਨਾਤਮਕ ਸੰਖਿਆ ਪੂਰਨ ਸੰਖਿਆ ਹੁੰਦੀ ਹੈ। ਇਸ ਲਈ 14/7 ਜੋ ਕਿ 2 ਦੇ ਬਰਾਬਰ ਹੈ ਇੱਕ ਪੂਰਨ ਸੰਖਿਆ ਹੈ। ਹੁਣ ਅੱਗੇ ਸਾਡੇ ਕੋਲ ਇੱਕ ਸੰਖਿਆ ਹੈ 2 ਪਾਈ। ਹੁਣ ਪਾਈ ਸਾਨੂੰ ਪਤਾ ਹੈ ਕਿ ਇੱਕ ਅਪਰਿਮੇਯ ਸੰਖਿਆ ਹੈ ਅਤੇ 2 ਇੱਕ ਪਰਿਮੇਯ ਸੰਖਿਆ ਹੈ। ਹੁਣ ਜਦੋਂ ਅਸੀਂ ਇੱਕ ਅਪਰਿਮੇਯ ਸੰਖਿਆ ਨੂੰ ਪਰਿਮੇਯ ਸੰਖਿਆ ਨਾਲ ਗੁਣਾ ਕਰਦੇ ਹਾਂ ਤਾਂ ਜੋ ਸੰਖਿਆ ਪ੍ਰਾਪਤ ਹੁੰਦੀ ਹੈ ਉਹ ਵੀ ਇੱਕ ਅਪਰਿਮੇਯ ਸੰਖਿਆ ਹੀ ਹੁੰਦੀ ਹੈ। ਸੋ 2 ਪਾਈ ਇੱਕ ਅਪਰਿਮੇਯ ਸੰਖਿਆ ਹੈ। ਅੱਗੇ ਸਾਡੇ ਕੋਲ ਜੋ ਸੰਖਿਆ ਹੈ ਉਹ ਹੈ ਵਰਗਮੂਲ 25। ਇੱਥੇ ਜੋ 25 ਹੈ ਇਹ ਇੱਕ ਪੂਰਨ ਵਰਗ ਸੰਖਿਆ ਹੈ ਜਿਸ ਦਾ ਕਿ ਵਰਗਮੂਲ 5 ਹੁੰਦਾ ਹੈ। ਤਾਂ ਇਸ ਸੰਖਿਆ ਨੂੰ ਜਦੋਂ ਅਸੀਂ ਸੱਲ ਕਰਦੇ ਹਾਂ ਤਾਂ ਸਾਨੂੰ -5 ਪ੍ਰਾਪਤ ਹੁੰਦਾ ਹੈ ਅਤੇ ਅਸੀਂ ਪਹਿਲਾਂ ਵੀ ਇੱਕ -5 ਸੰਖਿਆ ਨੂੰ ਦੇਖ ਚੁੱਕੇ ਹਾਂ ਜੋ ਕਿ ਸੰਪੂਰਨ ਸੰਖਿਆ ਦੀ ਕੈਟਾਗਰੀ ਵਿੱਚ ਆਉਂਦੀ ਹੈ। ਤਾਂ ਇੱਥੇ ਵਰਗਮੂਲ 25 ਵੀ ਇੱਕ ਸੰਪੂਰਨ ਸੰਖਿਆ ਹੈ, ਬਸ ਸਿਰਫ ਇੱਕ ਲਿਖਣ ਦੇ ਤਰੀਕੇ ਵਿੱਚ ਹੀ ਫਰਕ ਹੈ। ਸੋ ਸਾਡੇ ਕੋਲ ਵਰਗਮੂਲ 25 ਇੱਕ ਸੰਪੂਰਨ ਸੰਖਿਆ ਹੈ। ਹੁਣ ਅਖੀਰ ਦੇ ਵਿੱਚ ਸਾਡੇ ਕੋਲ ਇੱਕ ਸੰਖਿਆ ਬਚ ਜਾਂਦੀ ਹੈ ਵਰਗਮੂਲ 9/7। ਹੁਣ ਇੱਥੇ ਵੀ 9 ਹੈ ਜਿਹੜੀ ਇੱਕ ਪੂਰਨ ਵਰਗ ਸੰਖਿਆ ਹੈ ਜਿਸ ਦਾ ਕਿ ਵਰਗਮੂਲ 3 ਹੁੰਦਾ ਹੈ, ਬਟ ਇਸ ਦੇ 7 ਆ ਜਾਵੇਗਾ। ਇਸ ਤਰ੍ਹਾਂ ਇਹ ਇੱਕ ਸੰਖਿਆ ਹੈ ਜੋ ਉਹ ਇੱਕ ਸੰਪੂਰਨ ਸੰਖਿਆਵਾਂ ਦੇ ਅਨੁਪਾਤ ਦੇ ਰੂਪ ਵਿੱਚ ਹੈ। ਇਸ ਲਈ ਵਰਗਮੂਲ 9/7 ਇੱਕ ਪਰਿਮੇਯ ਸੰਖਿਆ ਹੈ। ਇਸ ਤਰ੍ਹਾਂ ਅਸੀਂ ਇਹ ਸਾਰੀਆਂ ਹੀ ਸੰਖਿਆਵਾਂ ਨੂੰ ਵੱਖ-ਵੱਖ ਕੈਟਾਗਰੀ ਦੇ ਅਨੁਸਾਰ ਵਰਗੀਕਰਨ ਕਰ ਲਿਆ ਹੈ।